ਕੱਲ ਪੂਰਨ ਗੁਰਸਿੱਖ ਭਾਈ ਭਿਖਾਰੀ ਜੀ ਦੀ ਇੱਕ ਜੀਵਨ ਘਟਨਾ ਦਾ ਜ਼ਿਕਰ ਚੱਲ ਰਿਹਾ ਸੀ। ਉਹ ਜੋ ਗੁਰੂ ਸਾਹਿਬ ਜੀ ਨੇ ਸਿੱਖ ਭੇਜਿਆ ਹੈ, ਭਾਈ ਭਿਖਾਰੀ ਜੀ ਨੂੰ ਕਹਿਣ ਲੱਗਾ, ਅਗਰ ਤੁਹਾਨੂੰ ਪਤਾ ਹੀ ਸੀ ਤੁਹਾਡੇ ਨੌਜਵਾਨ ਬੇਟੇ ਨੇ ਚੜ੍ਹਾਈ ਕਰ ਜਾਣਾ ਹੈ, ਸਰੀਰ ਛੱਡ ਜਾਣਾ, ਤੇ ਤੁਸੀਂ ਗੁਰੂ ਸਾਹਿਬ ਕੋਲੋਂ ਉਸ ਦੀ ਲੰਬੀ ਉਮਰ ਦੀ ਦੁਆ ਕਿਉਂ ਨਹੀਂ ਕੀਤੀ? ਲੰਬੀ ਉਮਰ ਮੰਗ ਲੈਂਦੇ। ਭਾਈ ਸਾਹਿਬ ਕਹਿੰਦੇ ਵੀ ਇਹ ਝੂਠ ਨੂੰ ਕਿਉਂ ਮੰਗਣਾ ਹੈ, ਸਰੀਰ ਤੇ ਸਦਾ ਰਹਿਣ ਵਾਲੇ ਨਹੀਂ ਹਨ। ਉਹਨੇ ਫਿਰ ਵੀ ਸਰੀਰ ਛੱਡ ਕੇ ਜਾਣਾ ਹੀ ਸੀ ਨਾ, ਸਰੀਰ ਨੂੰ ਥੋੜ੍ਹੀ ਮੰਗਣਾ। ਸਰੀਰ ਝੂਠ ਹੈ, ਮਿਥਿਆ ਤਨ ਤਨ ਕੁਟੰਬ ਸਬਾਇਆ। ਫਿਰ ਉਸ ਸਿੱਖ ਨੇ ਕਿਹਾ ਵੀ ਇਹ ਤੇ ਠੀਕ ਹੈ ਵੀ ਤੁਸੀਂ ਨਹੀਂ ਮੰਗੀ ਉਹਨਾਂ ਦੀ ਲੰਬੀ ਉਮਰ, ਪਰ ਉਸ ਲੜਕੀ ਦਾ ਕੀ ਕਸੂਰ ਹੈ ਜਿਹਨੂੰ ਤੁਸੀਂ ਵਿਆਹ ਕੇ ਆਪਣੇ ਘਰ ਲੈ ਆਏ ਹੋ? ਵੀ ਉਹਦਾ ਤੇ ਜੀਵਨ ਖਰਾਬ ਕੀਤਾ ਹੀ ਨਾ। ਭਾਈ ਸਾਹਿਬ ਕਹਿੰਦੇ ਵੀ ਉਹਦੀ ਆਪਣੀ ਇੱਛਾ ਸੀ। ਇਸ ਘਰ ਆਉਣ ਦੀ, ਤੇ ਤੁਸੀਂ ਉਹਦੇ ਕੋਲੋਂ ਹੀ ਪੁੱਛ ਲਵੋ। ਉਸ ਸਿੱਖ ਨੇ ਫਿਰ ਉਸ ਬੀਬੀ ਕੋਲੋਂ ਪੁੱਛਿਆ ਵੀ ਤੂੰ ਕਿਉਂ ਆਉਣਾ ਚਾਹੁੰਦੀ ਸੀ ਇਸ ਘਰ ਦੇ ਵਿੱਚ? ਉਹ ਕਹਿੰਦੀ ਵੀ ਮੈਂ ਬਹੁਤ ਹੀ, ਇਹ ਜੋ ਪਿਤਾ ਸਮਾਨ ਹਨ ਮੇਰੇ ਭਾਈ ਭਿਖਾਰੀ ਜੀ, ਇਹਨਾਂ ਦੀ ਉਸਤਤ ਸੁਣਦੀ ਹੁੰਦੀ ਸੀ। ਫਿਰ ਮੇਰੇ ਮਨ ਦੇ ਵਿੱਚ ਇੱਕ ਇੱਛਾ ਸੀ, ਜਾਂ ਤੇ ਮੇਰਾ ਪਤੀ ਐਸਾ ਗੁਰਸਿੱਖ ਹੋਵੇ, ਅਗਰ ਪਤੀ ਨਾ ਹੋਵੇ ਤੇ ਜਿਹੜੇ ਘਰ ਦੇ ਵਿੱਚ ਮੈਂ ਜਾਵਾਂ ਉੱਥੇ ਐਸਾ ਕੋਈ ਗੁਰਸਿੱਖ ਹੋਵੇ। ਤੇ ਜਦੋਂ ਦਾ ਮੈਨੂੰ ਪਤਾ ਲੱਗਾ ਹੈ ਇਹਨਾਂ ਦਾ ਇੱਕ ਬੇਟਾ ਵੀ ਹੈ, ਤੇ ਮੈਨੂੰ ਇਹਨਾਂ ਨੇ ਇਹ ਵੀ ਦੱਸਿਆ ਸੀ ਵੀ ਉਹਨੂੰ ਐਸੀ ਲਾ ਇਲਾਜ ਬਿਮਾਰੀ ਵੀ ਹੈ, ਪਰ ਮੈਂ ਹੀ ਜਿੱਦ ਕੀਤੀ। ਐਸੀ ਪਵਿੱਤਰ ਆਤਮਾ ਦੇ ਕੋਲ ਰਹਿ ਕੇ, ਐਸੇ ਗੁਰਸਿੱਖ ਦੀ ਸੇਵਾ ਕਰਕੇ ਮੈਂ ਆਪਣਾ ਜੀਵਨ ਸਵਾਰ ਸਕਾਂ। ਮੈਨੂੰ ਅਫਸੋਸ ਨਹੀਂ ਹੈ ਕਿ ਮੈਂ ਵਿਆਹ ਤੋਂ ਇੱਕ ਦਿਨ ਬਾਅਦ ਹੀ ਵਿਧਵਾ ਹੋ ਗਈ ਹਾਂ, ਪਰ ਮੈਨੂੰ ਇਹ ਪ੍ਰਭੂ ਦੀ ਅਪਾਰ ਬਖਸ਼ਿਸ਼ ਲੱਗਦੀ ਹੈ ਵੀ ਮੈਂ ਐਸੇ ਗੁਰੂ ਦੇ ਪਿਆਰੇ ਦੀ ਹਜ਼ੂਰੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਦੀ।
ਮੈਂ ਤੇ ਚਾਹੁੰਦੀ ਸੀ ਵੀ ਸ਼ਾਦੀ ਨਾ ਹੀ ਕਰਾਂ ਅਗਰ ਗੁਰਸਿੱਖ ਨਾ ਲੱਭੇ ਤੇ, ਪਰ ਸਮਾਜ ਦੇ ਵਿੱਚ ਲੜਕੀਆਂ ਦਾ ਬਿਨਾਂ ਸ਼ਾਦੀ ਤੋਂ ਰਹਿਣਾ ਬੜਾ ਔਖਾ ਹੈ। ਸਮਾਜਿਕ ਲੋਕ ਜਿਹੜੇ ਹਨ ਨਾ, ਰਾਹੇ ਬਗਾਹੇ ਕਿਤੇ ਨਾ ਕਿਤੇ ਰੋਕ ਕੇ ਪੁੱਛਦੇ ਹਨ, ਜਾਂ ਕਈ ਘਰ ਆਣ ਕੇ ਕਹਿਣਾ ਸ਼ੁਰੂ ਕਰ ਦਿੰਦੇ ਹਨ ਵੀ ਇਹਦੀ ਸ਼ਾਦੀ ਕਿਉਂ ਨਹੀਂ ਹੋਈ, ਲੜਕੀ ਨੌਜਵਾਨ ਘਰ ਬੈਠੀ, ਘਰ ਬਿਠਾ ਕੇ ਰੱਖੀ ਹੈ ਤੁਸੀਂ। ਭਾਵੇਂ ਅਜੋਕੇ ਸਮੇਂ 'ਚ ਇਹ ਕਿਹਾ ਜਾਂਦਾ ਹੈ ਵੀ ਇਸਤਰੀ ਪੁਰਸ਼ ਦੀ ਬਰਾਬਰਤਾ ਹੈ, ਪਰ ਐਸਾ ਹੈ ਨਹੀਂ। ਲੜਕੀ ਨੂੰ ਬਹੁਤ ਕੁਛ ਮੰਨਣਾ ਪੈਂਦਾ ਹੈ ਜੋ ਉਹ ਨਹੀਂ ਚਾਹੁੰਦੀ ਹੈ ਸਮਾਜ ਕਰਕੇ। ਤੇ ਇਸਤਰੀਆਂ ਵੀ ਆਦਮੀ ਤੋਂ ਹੀ ਪ੍ਰਭਾਵਿਤ ਹਨ, ਕਿਉਂਕਿ ਬਹੁਤ ਸਦੀਆਂ ਤੋਂ ਹੀ ਆਦਮੀ ਹੀ ਪ੍ਰਭਾਵੀ ਰਿਹਾ ਹੈ ਸਮਾਜ ਦੇ ਵਿੱਚ। ਉਹ ਵੀ ਆਦਮੀ ਦੀ ਤਰ੍ਹਾਂ ਹੀ ਸੋਚਦੀਆਂ ਹਨ। ਘਰ ਦੇ ਵਿੱਚ ਇੱਕ ਕੁਆਰੀ ਧੀ ਬੈਠੀ ਹੋਵੇ ਤੇ ਇਸਤਰੀਆਂ ਵੀ ਜਿਹੜੀਆਂ ਹਨ ਨਾ, ਉਹ ਵੀ ਨਹੀਂ ਚਾਹੁੰਦੀਆਂ ਹਨ। ਤੇ ਇਸਤਰੀਆਂ ਹੀ ਮਿਹਣੇ ਜ਼ਿਆਦਾ ਦਿੰਦੀਆਂ ਹਨ। ਤੇ ਬਹੁਤ ਮੁਸ਼ਕਿਲ ਹੈ ਸਮਾਜ ਦੇ ਵਿੱਚ ਆਪਣੇ ਢੰਗ ਨਾਲ ਜੀਣਾ। ਇਹ ਸਮਾਜ ਕਿਉਂ ਨਹੀਂ ਚਾਹੁੰਦਾ ਹੈ ਵੀ ਕੋਈ ਵੀ ਆਦਮੀ, ਕੋਈ ਵੀ ਇਸਤਰੀ ਆਪਣੇ ਢੰਗ ਨਾਲ ਜੀ ਸਕੇ। ਚਾਹੀਦਾ ਤਾਂ ਐਸਾ ਹੀ ਹੈ ਨਾ। ਮਾਤਾ ਪਿਤਾ ਨੂੰ ਚਾਹੀਦਾ ਹੈ ਵੀ ਬੱਚਾ ਅਗਰ ਜਵਾਨ ਹੋ ਗਿਆ ਹੈ ਤੇ ਆਪਣੇ ਜੀਵਨ ਦੇ ਫੈਸਲੇ ਖੁਦ ਕਰੇ। ਅਗਰ ਤੁਸੀਂ ਉਹਦੇ ਉੱਤੇ ਆਪਣੇ ਫੈਸਲੇ ਥੋਪਦੇ ਹੋ, ਆਪਣੀ ਮਰਜ਼ੀ ਦੇ ਮੁਤਾਬਕ ਉਹਨੂੰ ਚਲਾ ਲੈਂਦੇ ਹੋ, ਕੁਛ ਕਰਾਉਂਦੇ ਹੋ, ਅੱਗੇ ਜਾ ਕੇ ਜਦੋਂ ਉਹ ਦੁੱਖ ਪਾਵੇਗਾ ਜਾਂ ਪਾਵੇਗੀ, ਉਦੋਂ ਇਹੋ ਹੀ ਕਹਿਣਗੇ ਵੀ ਸਾਡੇ ਮਾਤਾ ਪਿਤਾ ਨੇ ਸਾਨੂੰ ਫਸਾ ਦਿੱਤਾ, ਅਸੀਂ ਤਾਂ ਨਹੀਂ ਸੀ ਚਾਹੁੰਦੇ। ਅਗਰ ਉਹ ਖੁਦ ਫੈਸਲੇ ਲੈਣਗੇ ਅੱਗੇ ਜਾ ਕੇ ਉਹਨਾਂ ਨੂੰ ਦੁੱਖ ਮਿਲੇਗਾ, ਕਸ਼ਟ ਮਿਲੇਗਾ, ਠੋਕਰਾਂ ਮਿਲਣਗੀਆਂ, ਤਾਂ ਸਮਝਣਗੇ ਵੀ ਅਸੀਂ ਆਪਣਾ ਖੁਦ ਫੈਸਲਾ ਲਿਆ ਸੀ। ਅਸੀਂ ਇਹ ਪਰੇਸ਼ਾਨੀਆਂ ਦੇ ਦੁੱਖ ਦੇ ਕਾਰਨ ਅਸੀਂ ਆਪ ਹਾਂ। ਤਾਂ ਉਹਨਾਂ ਦਾ ਬੌਧਿਕ ਵਿਕਾਸ ਹੋਊਗਾ। ਉਹ ਖੁਦ ਨਿਕਲਣਗੇ ਉਹ ਪਰੇਸ਼ਾਨੀਆਂ 'ਚੋਂ। ਜੇ ਫਸੇ ਵੀ ਅਸੀਂ ਆਪ ਹਾਂ ਤਾਂ ਨਿਕਲਾਂਗੇ ਵੀ ਆਪ। ਤੇ ਜੇ ਕਿਸੇ ਨੇ ਫਸਾ ਦਿੱਤਾ ਹੈ ਤੇ ਫਿਰ ਦੋਸ਼ ਦੂਸਰੇ ਦਾ ਹੈ, ਅਸੀਂ ਕੀ ਕਰ ਸਕਦੇ। ਤੇ ਭਵਿੱਖ ਦੇ ਫੈਸਲੇ ਜਿਹੜੇ ਹਨ ਉਹ ਬੱਚੇ ਖੁਦ ਲੈਣ। ਤੁਹਾਨੂੰ ਆਪਣੇ ਭਵਿੱਖ ਦਾ ਹੀ ਨਹੀਂ ਪਤਾ ਹੈ। ਮਾਤਾ ਪਿਤਾ ਨੂੰ ਪਤਾ ਹੈ, ਤੁਹਾਨੂੰ ਕੱਲ੍ਹ ਦਾ ਤੇ ਪਤਾ ਨਹੀਂ, ਆਪਣੇ ਭਵਿੱਖ ਦਾ ਕਿੱਥੇ ਪਤਾ ਹੈ। ਤੇ ਤੁਸੀਂ ਦੂਸਰਿਆਂ ਦੇ ਭਵਿੱਖ ਦੇ ਨਿਰਣੇ ਲੈਣੇ ਸ਼ੁਰੂ ਕਰ ਦਿੰਦੇ।
ਵੀ ਮੇਰਾ ਬੱਚਾ ਜਿਹੇ ਬਣੇ, ਮੇਰਾ ਬੱਚਾ ਐਸਾ ਹੋਵੇ, ਮੇਰਾ ਬੱਚਾ ਵੈਸਾ ਹੋਵੇ। ਆਪਣੀਆਂ ਵਾਸ਼ਨਾਵਾਂ, ਕਾਮਨਾਵਾਂ ਬੱਚਿਆਂ 'ਤੇ ਥੋਪਦੇ ਹਨ ਲੋਕ। ਆਪ ਵੀ ਔਖੇ ਹੁੰਦੇ ਹਨ, ਉਹਨਾਂ ਨੂੰ ਵੀ ਔਖੇ ਕਰਦੇ। ਨਹੀਂ, ਬੱਚਾ ਇੱਕ ਨਾ ਛੋਟੇ ਜਿਹੇ ਬੂਟੇ ਵਰਗਾ ਹੁੰਦਾ ਹੈ, ਕੋਮਲ। ਤੁਸੀਂ ਦੇਖਿਆ ਹੋਵੇਗਾ ਵੀ ਜਦੋਂ ਛੋਟਾ ਹੁੰਦਾ ਹੈ ਨਾ ਬੂਟਾ, ਤਾਂ ਉਹਦੇ ਨਾਲ ਕੋਈ ਸਹਾਰਾ ਖੜਾ ਕਰ ਦਿਓ, ਤੁਸੀਂ ਕੋਈ ਲੱਕੜ ਲਾ ਦਿਓ, ਵੀ ਡਿੱਗਦਾ ਹੈ ਇੱਧਰ ਉੱਧਰ, ਇਹਨੂੰ ਸਪੋਰਟ ਦੇ ਦੀ। ਤੇ ਜਦੋਂ ਉਹ ਵੱਡਾ ਹੋ ਜਾਵੇ, ਉਹਦੀ ਸਪੋਰਟ ਤੁਸੀਂ ਖੋਲ ਲਵੋ ਜਿਹੜੀ ਦਿੱਤੀ ਹੋਈ ਹੈ ਲੱਕੜ, ਤਾਂ ਉਹ ਬਹੁਤਾ ਮਜ਼ਬੂਤ ਨਹੀਂ ਹੁੰਦਾ ਹੈ, ਉਹ ਨੇਰੀ ਨਾਲ ਟੁੱਟ ਜਾਵੇਗਾ। ਕਿਉਂਕਿ ਉਹ ਜਿਹੜੀ ਸਪੋਰਟ ਦਿੱਤੀ ਸੀ ਨਾ ਤੁਸੀਂ ਨਾਲ, ਉਹਦਾ ਕਰਕੇ ਉਹਦਾ ਤਣਾ ਮਜ਼ਬੂਤ ਨਹੀਂ ਹੁੰਦਾ। ਤਣਾ ਤੇ ਤਾਂ ਹੀ ਮਜ਼ਬੂਤ ਹੋਵੇਗਾ ਨਾ, ਨੇਰੀਆਂ ਝੱਖੜਾਂ ਦੇ ਵਿੱਚ ਜਦੋਂ ਉਹ ਹਿੱਲੇਗਾ ਤੇ ਆਪਣੇ ਆਪ ਨੂੰ ਸੰਭਾਲੇਗਾ, ਤੇ ਤਣਾ ਓਨਾ ਹੀ ਮਜ਼ਬੂਤ ਹੁੰਦਾ ਹੈ। ਇਵੇਂ ਹੀ ਜੀਵਨ ਹੈ। ਆਪਣੇ ਆਪ ਫਿਰ ਐਸਾ ਵੀ ਨਹੀਂ ਹੈ ਜ਼ਿਆਦਾ ਸੁਣਨ ਵਾਲੇ ਜਵਾਨ ਹਨ, ਤੇ ਇਹ ਖਿਆਲ ਵਿੱਚ ਰੱਖਣਾ ਹੈ ਵੀ ਬਹੁਤੀ ਦੂਰ ਦੀ ਨਹੀਂ ਸੋਚਣੀ। ਮਾਤਾ ਪਿਤਾ ਤੇ ਨਾ ਥੋਪਣ, ਇਹ ਤੇ ਠੀਕ ਹੈ, ਉਹਨਾਂ ਨੂੰ ਭਵਿੱਖ ਦਾ ਕੁਛ ਪਤਾ ਨਹੀਂ ਹੈ, ਕਿਸ ਕਾਰਨ ਇਹ ਪੈਦਾ ਹੋਇਆ ਹੈ, ਕੀ ਇਹਨੇ ਕਰਨਾ ਹੈ, ਕੀ ਇਹਨੇ ਬਣਨਾ ਹੈ। ਇਹਨੇ ਕਮਲ ਦਾ ਫੁੱਲ ਬਣਨਾ ਹੈ, ਗੁਲਾਬ ਦਾ ਬਣਨਾ, ਚਮੇਲੀ ਦਾ ਬਣਨਾ, ਤੁਹਾਨੂੰ ਕੀ ਪਤਾ? ਕੁਛ ਪਤਾ ਤੇ ਨਹੀਂ ਹੈ। ਪਰ ਜਿਹੜੇ ਨੌਜਵਾਨ ਹਨ, ਉਹਨਾਂ ਦੀਆਂ ਵਾਸ਼ਨਾਵਾਂ ਬਹੁਤ ਅੱਗੇ ਜਾਂਦੀਆਂ ਹਨ ਕਈਆਂ ਦੀ। ਜਿਵੇਂ ਕੱਲ੍ਹ ਇੱਕ ਹੋਰ ਵੀ ਥੱਲੇ ਪ੍ਰਸ਼ਨ ਲਿਖਿਆ ਹੋਇਆ ਸੀ ਕਿ ਮੇਰਾ ਮਨ ਕਾਹਲਾ ਬਹੁਤ ਪੈਂਦਾ ਹੈ। ਕਾਹਲਾ ਕਿਉਂ ਪੈਂਦਾ ਹੈ? ਕਿਉਂਕਿ ਵਾਸ਼ਨਾਵਾਂ, ਆਕਾਂਸ਼ਾਵਾਂ ਬਹੁਤ ਹਨ। ਜਿਹਨੇ ਇਹ ਪ੍ਰਸ਼ਨ ਲਿਖਿਆ ਹੈ, ਮੈਂ ਉਹਨੂੰ ਜਾਣਦਾ ਹਾਂ। ਉਹਨੇ ਬਹੁਤ ਪੜ੍ਹਾਈ ਕੀਤੀ, ਬੜੀ ਮਿਹਨਤ ਕੀਤੀ। ਤੇ ਮਿਹਨਤ ਕਿਉਂ ਕੀਤੀ ਹੈ ਇੰਨੀ? ਉਹ ਚਾਹੁੰਦੇ ਵੀ ਸੀ ਵੀ ਮੈਨੂੰ ਬਹੁਤ ਉੱਚੀ ਪੋਸਟ 'ਤੇ ਨੌਕਰੀ ਮਿਲੇਗੀ। ਪਰ ਨੌਕਰੀ ਤੇ ਮਿਲ ਗਈ ਹੈ, ਜੌਬ ਮਿਲ ਗਈ ਹੈ, ਪਰ ਆਕਾਂਸ਼ਾ ਹਾਲੇ ਵੀ ਹੈ, ਕੁਛ ਅੱਗੇ ਜਾਣ ਦੀ, ਕੁਛ ਬਣਨ ਦੀ, ਕੁਛ ਹੋਣ ਦੀ। ਜਦੋਂ ਮਨ ਤੁਹਾਡਾ ਬਹੁਤ ਅੱਗੇ ਜਾਵੇਗਾ ਤੇ ਫਿਰ ਕਾਲਾਪਨ ਤੇ ਹੋਵੇਗਾ ਹੀ ਨਾ। ਜਵਾਨ ਦਾ ਮਨ ਬਹੁਤ ਅੱਗੇ ਜਾਂਦਾ ਹੈ, ਜਵਾਨੀ ਦੇ ਵਿੱਚ ਚਾਹਤ ਅੱਗੇ ਜਾਂਦੀ ਹੈ, ਤੇ ਬੁਢੇਪੇ ਦੇ ਵਿੱਚ ਮਨ ਪਿੱਛੇ ਜਾਂਦਾ ਹੈ। ਤੇ ਬਜ਼ੁਰਗਾਂ ਨੂੰ ਮੈਂ ਕਹੂੰਗਾ ਤੁਸੀਂ ਪਿੱਛੇ ਜਾਣੋਂ ਹਟੋ, ਕਿਉਂਕਿ ਬਜ਼ੁਰਗ ਦਾ ਭਵਿੱਖ ਤੇ ਹੁੰਦਾ ਨਹੀਂ, ਉਹ ਪਿਛਲੀਆਂ ਹੀ ਗੱਲਾਂ ਕਰੀ ਜਾਂਦੇ। ਵੀ ਪਿੱਛੇ ਜਾਣੋਂ ਹਟੋਗੇ, ਤੁਹਾਡਾ ਮਨ ਸ਼ਾਂਤ ਹੋਊਗਾ। ਤੇ ਜਿਹੜੇ ਜਵਾਨ ਹਨ ਨਾ, ਉਹਨਾਂ ਨੂੰ ਮੈਂ ਕਹਿਣਾ ਵੀ ਜ਼ਿਆਦਾ ਅੱਗੇ ਛਾਲਾਂ ਨਾ ਮਾਰੋ, ਕੋਲੇ ਕੋਲੇ ਰਹੋ ਆਪਣੇ ਥੋੜ੍ਹਾ ਜਿਹਾ। ਭਵਿੱਖ ਨੂੰ ਬਿਲਕੁਲ ਨਿਰਧਾਰਿਤ ਨਾ ਕਰੋ, ਕੋਈ ਪੱਕਾ ਟੀਚਾ ਨਾ ਰੱਖੋ,
ਜਿੱਦ ਨਾ ਕਰੋ, ਨਾ ਨੈਗੇਟਿਵ ਨਾ ਪੋਜ਼ੀਟਿਵ। ਥੋੜ੍ਹਾ ਜਿਹਾ ਪ੍ਰਕਿਰਤੀ 'ਤੇ ਛੱਡੋ, ਜਾਂ ਕਹਿ ਲਈਏ ਪਰਮਾਤਮਾ 'ਤੇ ਛੱਡੋ। ਉਹਨਾਂ ਪਰਮਾਤਮਾ ਨੇ ਜੋ ਤੁਹਾਡੇ ਕੋਲ ਕੰਮ ਲੈਣਾ ਹੋਇਆ ਨਾ, ਉਹ ਲੈ ਲਵੇਗਾ। ਜਿਸ ਕਾਰਨ ਤੁਹਾਨੂੰ ਪੈਦਾ ਕੀਤਾ ਹੈ, ਉਹ ਕਰਵਾ ਲਵੇਗਾ। ਜੇ ਤੁਹਾਨੂੰ ਨੌਕਰੀ ਕਰਨ ਨੂੰ ਪੈਦਾ ਕੀਤਾ ਹੈ ਤਾਂ ਨੌਕਰੀ ਕਰਵਾਵੇਗਾ, ਅਤੇ ਜੇ ਤੁਹਾਨੂੰ ਮਾਲਕ ਬਣਨ ਵਾਸਤੇ ਪੈਦਾ ਕੀਤਾ ਹੈ ਤੇ ਫਿਰ ਮਾਲਕ ਵੀ ਬਣਾ ਦੇਵੇਗਾ। ਤੇ ਪਰਮਾਤਮਾ ਨੇ, ਕਹਿੰਦੇ ਨਾ, ਪਹਿਲਾਂ ਹੀ ਲਿਖਿਆ ਹੋਇਆ ਹੈ ਸਾਰਾ ਕੁਛ। ਇਹੋ ਹੀ ਤੇ ਫਿਲਾਸਫੀ ਹੈ ਹੁਕਮ ਰਜਾਈ ਚੱਲਣ ਦੀ। ਨਾਨਕ ਲਿਖਿਆ ਨਾਲ, ਵੀ ਲਿਖਿਆ ਹੀ ਹੋਇਆ ਹੈ, ਉੱਦਾਂ ਹੀ ਹੋਣਾ ਹੈ। ਫਿਰ ਜ਼ਿਆਦੀਆਂ ਦੂਰ ਦੀਆਂ ਵਾਸ਼ਨਾਵਾਂ ਨਾ ਕਰੋ, ਕੋਲੇ ਕੋਲੇ ਰਹੋ, ਸਹਿਜ ਸਰਲ। ਇਹ ਜੋ ਮੈਂ ਕਹਿ ਰਿਹਾ ਹਾਂ, ਨੌਜਵਾਨਾਂ ਦੇ ਜ਼ਿਆਦਾ ਸਮਝ ਵਿੱਚ ਆਉਂਦੀ ਹੈ ਗੱਲ। ਵਾਸਤਵਿਕ ਧਰਮ ਬਜ਼ੁਰਗਾਂ ਦੇ ਘੱਟ ਸਮਝ ਵਿੱਚ ਆਉਂਦਾ ਹੈ। ਹਾਂ, ਕੋਈ ਬਜ਼ੁਰਗ ਵੀ ਗੁਰੂ ਅਮਰਦਾਸ ਜੀ ਵਰਗਾ ਹੋਵੇ। ਦੇਖੋ ਕਿੱਡੀ ਦੂਰੋਂ ਗਾਗਰ ਪਾਣੀ ਦੀ ਚੱਕ ਕੇ ਲਿਆਉਂਦੇ ਸੀ, ਸੇਵਾ ਕਰਦੇ ਸੀ, ਤੇ ਉਹਨਾਂ ਨੂੰ ਬਜ਼ੁਰਗ ਨਹੀਂ ਕਹਿ ਸਕਦੇ ਆਪਾਂ। ਜਿਵੇਂ ਸੰਸਾਰ ਨੂੰ ਪਾਉਣ ਵਾਸਤੇ ਜਵਾਨੀ ਜ਼ਰੂਰੀ ਹੈ ਨਾ, ਤੇ ਸੰਸਾਰ ਤੇ ਫਿਰ ਦ੍ਰਿਸ਼ਮਾਨ ਹੈ, ਦਿਖ ਰਿਹਾ ਹੈ, ਤੇ ਇਹਨੂੰ ਤੇ ਪਾਉਣਾ ਫਿਰ ਸੁਖਾਲਾ ਹੈ। ਵਿਗਿਆਨਿਕ ਕਹਿੰਦੇ ਹਨ ਨਾ, ਬੜੀ ਖੋਜ ਕੀਤੀ ਉਹਨਾਂ ਨੇ, ਖੁਰਦਬੀਨ ਦੇ ਨਾਲ ਸੂਖਮ ਤੋਂ ਸੂਖਮ ਅਣੂ ਨੂੰ ਦੇਖ ਲਿਆ। ਤੇ ਤੁਸੀਂ ਕਹਿੰਦੇ ਹੋ ਬਹੁਤ ਦਿਮਾਗ ਹੋਵੇਗਾ। ਦੇਖੋ, ਪਰ ਉਹ ਫਿਰ ਵੀ ਦਿਖ ਰਿਹਾ ਹੈ। ਪਰ ਜਿਹੜਾ ਦੇਖ ਹੀ ਨਹੀਂ ਸਕਦਾ ਹੈ, ਕਦੇ ਕੋਈ ਦੇਖ ਹੀ ਨਹੀਂ ਸਕਦਾ, ਉਹਨੂੰ ਦੇਖਣਾ ਹੈ। ਤੇ ਉਹਦੇ ਵਾਸਤੇ ਕਿੰਨਾ ਸੂਖਮ ਦਿਮਾਗ ਚਾਹੀਦਾ, ਕਿੰਨੀ ਸੂਖਮ ਬੁੱਧੀ ਬਾਰੀਕ ਚਾਹੀਦੀ ਹੈ। ਉਹਨੂੰ ਹੀ ਵਿਵੇਕ ਬੁੱਧੀ ਕਿਹਾ ਹੈ। ਤਦੇ ਕਿਹਾ ਹੈ ਨਾ, ਭਵ ਸਾਗਰ ਕੋ ਤਰਨ ਅਵਸਥਾ। ਧਰਮ ਵਾਸਤੇ ਵੀ ਬਹੁਤ ਐਨਰਜੀ ਦੀ ਲੋੜ ਹੈ। ਬੁਢੇਪੇ ਦੇ ਵਿੱਚ ਧਰਮ ਥੋੜ੍ਹੀ ਕਮਾਇਆ ਜਾਂਦਾ, ਜਵਾਨੀ 'ਚ। ਧਰਮ ਇੱਕ ਸੰਸਾਰ ਦੇ ਵਿੱਚ ਜੋ ਕੁਛ ਖੋਜਿਆ ਜਾਂਦਾ ਹੈ ਨਾ, ਉਹ ਤੇ ਸੁਭਾਵਿਕ ਹੀ ਹੈ। ਉਹ ਤੇ ਖੋਜਿਆ ਹੀ ਜਾ ਰਿਹਾ ਹੈ, ਹਜ਼ਾਰਾਂ ਹੀ ਖੋਜ ਰਹੇ ਹਨ। ਵੀ ਧਰਮ ਨੂੰ ਕੋਈ ਵਿਰਲਾ ਹੀ ਖੋਜਦਾ। ਤੇ ਪਹਿਲਾਂ ਤੇ ਉਹ ਸਮਝ ਵਿੱਚ ਹੀ ਨਹੀਂ ਆਉਂਦਾ ਹੈ। ਕਿਉਂਕਿ ਉਹ ਬਾਹਰ ਦੀ ਖੋਜ ਨਹੀਂ ਹੈ ਨਾ, ਅੰਦਰ ਦੀ ਖੋਜ ਹੈ। ਤੇ ਬਾਹਰ ਦੀ ਖੋਜ ਕਰਨੀ ਹੈ ਤੇ ਮਨ ਨੂੰ ਬਾਹਰ ਦੌੜਾਉਣਾ ਪੈਂਦਾ ਹੈ, ਦੂਰ ਅੱਗੇ ਸੰਸਾਰ ਦੇ ਵਿੱਚ, ਪਦਾਰਥਾਂ ਦੇ ਵਿੱਚ। ਪਰ ਬਾਹਰੋਂ ਥੋੜ੍ਹਾ ਜਿਹਾ ਤੁਸੀਂ ਹਟੋਗੇ, ਜਿੰਨਾ ਤੁਸੀਂ ਆਪਣੇ ਕੋਲੇ ਕੋਲੇ ਜੀਣਾ ਸ਼ੁਰੂ ਕਰੋਗੇ, ਉਹਨਾਂ ਨਾਲ ਮਨ ਸ਼ਾਂਤ ਹੋਊਗਾ, ਫਿਰ ਕਾਲਾਪਨ ਵੀ ਘਟੇਗਾ। ਇਸੇ ਕਰਕੇ ਗੁਰਮੁਖ ਪਿਆਰੇ ਬਹੁਤ ਸ਼ਾਂਤ ਹੁੰਦੇ ਹਨ। ਉਹ ਪਰਮਾਤਮਾ 'ਤੇ ਛੱਡਦੇ ਰਹਿੰਦੇ ਹਨ, ਸਹਿਜ ਹੁੰਦੇ ਹਨ। ਤੇ ਮਨ ਕਾਲਾ ਉਹਨਾਂ ਦਾ ਹੀ ਪੈਂਦਾ ਹੈ, ਜਿਨ੍ਹਾਂ ਦੀਆਂ ਚਾਹਤਾਂ ਬਹੁਤੀਆਂ ਹੁੰਦੀਆਂ। ਤੇ ਜੀਵਨ ਨੂੰ ਸਹਿਜ ਜਾਣਦੇ ਹੋ, ਆਪਣੇ ਆਪ ਹੀ ਉੱਧਰ ਨੂੰ ਜਾਵੇਗਾ।
ਜਿਵੇਂ ਜੰਗਲ ਦੇ ਵਿੱਚ ਹੁੰਦੀ ਹੈ ਨਾ ਲਤਾ, ਬੇਲ ਆਪਣੇ ਆਪ ਫੈਲਦੀ ਹੈ ਸੁਤੰਤਰ। ਅਤੇ ਘਰਾਂ ਦੇ ਵਿੱਚ ਬਗੀਚੇ 'ਚ ਵੀ ਲੋਕ ਲਾ ਲੈਂਦੇ ਹਨ, ਚਾਰ ਚੁਫੇਰੂ ਕਾਂਟੀ ਛਾਂਟੀ ਕਰਦੇ ਰਹਿੰਦੇ ਹਨ। ਅਤੇ ਜਿਹੜੀ ਕਾਂਟੀ ਛਾਂਟੀ ਕਰਕੇ ਬੇਲ ਉਗਾਈ ਹੋਈ ਹੈ, ਉਹਦੀ ਕੋਈ ਸੁਤੰਤਰਤਾ ਨਹੀਂ ਹੈ ਨਾ। ਸੁਤੰਤਰ ਉਹ ਹੈ ਜਿਹੜੀ ਆਪਣੇ ਆਪ ਫੈਲਦੀ। ਜੀਵਨ ਆਪਣੇ ਆਪ ਚੱਲ ਰਿਹਾ ਹੈ ਅਤੇ ਜੀਵਨ ਆਪਣੇ ਆਪ ਹੀ ਉੱਧਰ ਨੂੰ ਜਾਂਦਾ ਹੈ ਜਿੱਧਰ ਨੂੰ ਤੁਹਾਡਾ ਸੁਭਾਵ ਹੈ। ਜਿੱਧਰ ਨੂੰ ਤੁਸੀਂ ਜਾ ਸਕਦੇ ਹੋ ਨਾ, ਉੱਧਰ ਨੂੰ ਹੀ ਜਾਓਗੇ। ਤੁਸੀਂ ਆਪਣੀ ਮਰਜ਼ੀ ਨਾਲ ਦੂਸਰੇ ਪਾਸੇ ਨਹੀਂ ਜਾ ਸਕਦੇ। ਤੁਸੀਂ ਦੁੱਖ ਜ਼ਰੂਰ ਪਾਓਗੇ ਦੂਸਰੇ ਪਾਸੇ ਜਾਣ ਦੀ ਕੋਸ਼ਿਸ਼ ਦੇ ਨਾਲ। ਇਸ ਕਰਕੇ ਜੀਵਨ ਨੂੰ ਸਹਿਜ ਛੱਡੋ, ਜਾਣ ਦਿਓ। ਕੋਈ ਵੀ ਜਿੱਦ ਨਾ ਰੱਖੋ ਕਿਸੇ ਪ੍ਰਕਾਰ ਦੀ ਵੀ। ਕਈ ਨੌਜਵਾਨ ਸੋਚਦੇ ਹਨ ਵੀ ਸ਼ਾਦੀ ਕਰੀਏ ਕਿ ਨਾ ਕਰੀਏ, ਇਸ ਦੁਚਿੱਤੀ 'ਚ ਵੀ ਪਏ ਰਹਿੰਦੇ ਹਨ। ਨਹੀਂ, ਸਹਿਜ ਜਾਣ ਦਿਓ। ਹੋਣੀ ਹੋ ਜੂ, ਨਾ ਹੋਣੀ ਹੋ ਜੂ। ਕਿਸੇ ਪੱਖ ਦੀ ਵੀ ਕੋਈ ਜਿੱਦ ਨਾ ਰੱਖੋ। ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਵੀ ਉਹ ਵੀ ਜਿਹੜੇ ਸਮਝਦਾਰ ਬੱਚੇ ਹਨ ਨਾ, ਉਹਨਾਂ ਨੂੰ ਉਹਨਾਂ ਦੀ ਸਮਝ ਦੇ ਮੁਤਾਬਕ ਜੀਣ ਦਿਓ। ਤੁਹਾਡਾ ਜ਼ਿਆਦਾ ਉਹ ਸਤਿਕਾਰ ਕਰਨਗੇ ਵੀ ਸਾਨੂੰ ਮਾਤਾ ਪਿਤਾ ਨੇ ਸੁਤੰਤਰ ਛੱਡਿਆ ਸੀ। ਅਤੇ ਅਗਰ ਉਹ ਭਟਕਣਗੇ ਵੀ ਤਾਂ ਆਪਣੇ ਕਾਰਨ, ਸਵਰਨਗੇ ਵੀ ਤਾਂ ਆਪਣੇ ਕਾਰਨ। ਅਤੇ ਉਸ ਭਾਈ ਭਿਖਾਰੀ ਜੀ ਨਹੁੰ ਨੇ ਕਿਹਾ ਵੀ ਮੇਰੇ ਮਾਤਾ ਪਿਤਾ ਨੇ ਮੈਨੂੰ ਸੁਤੰਤਰ ਛੱਡਿਆ ਸੀ। ਉਹ ਵੀ ਗੁਰਸਿੱਖ ਸਨ, ਗੁਰੂ ਦੀ ਸੰਗਤ ਕਰਦੇ ਹੀ ਹੋਣਗੇ ਤਾਂ ਹੀ ਭਾਈ ਭਿਖਾਰੀ ਜੀ ਦਾ ਪਤਾ ਲੱਗਣ। ਅਤੇ ਮੈਂ ਹੁਣ ਇੱਥੇ ਆ ਗਈ ਹਾਂ ਅਤੇ ਮੈਂ ਸਾਰੀ ਜ਼ਿੰਦਗੀ ਇਹਨਾਂ ਦੀ ਸੇਵਾ ਕਰਾਂਗੀ। ਐਸੇ ਗੁਰਸਿੱਖ ਕੋਲ ਰਹਿਣਾ ਵੀ ਬੜਾ ਆਨੰਦਮਈ ਹੁੰਦਾ ਹੈ। ਉਹਨਾਂ ਨੂੰ ਰਹਿਣਾ ਔਖਾ ਹੈ ਜਿਨ੍ਹਾਂ ਦੀਆਂ ਵਾਸ਼ਨਾਵਾਂ ਕਾਮਨਾਵਾਂ ਜ਼ਿਆਦਾ ਹੁੰਦੀਆਂ, ਚਾਹਤਾਂ ਜ਼ਿਆਦੀਆਂ ਹੁੰਦੀਆਂ, ਜਾਂ ਕਈ ਮਨ ਦੇ ਗੁਲਾਮ ਹੁੰਦੇ ਹਨ, ਆਦਤਾਂ ਦੇ ਗੁਲਾਮ ਹੁੰਦੇ ਹਨ, ਉਹ ਨਹੀਂ ਰਹਿ ਸਕਦੇ। ਨਹੀਂ ਤਾਂ ਗੁਰਸਿੱਖਾਂ ਕੋਲ, ਗੁਰਮੁਖਾਂ ਕੋਲ ਰਹਿਣਾ ਬੜਾ ਹੀ ਸੁਖਾਲਾ, ਸਹਿਜ। ਬੱਚਿਆਂ ਵਰਗੇ ਹੁੰਦੇ ਹਨ। ਬੱਚਿਆਂ ਵਰਗੇ ਜਿਹੜੇ ਹਨ ਉਹ ਹੀ ਰਹਿ ਸਕਦੇ ਹਨ।